ਸੰਗਤ ਟੀਵੀ ਦੇਖ ਰਹੇ ਸਭ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ, ਨਮਸਕਾਰ। ਮੈਂ ਹਾਂ ਬਲਬੀਰ ਜੰਡੂ ਤੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਤੇ ਮੇਰੇ ਸਹਿਯੋਗੀ ਬਲਵਿੰਦਰ ਜੰਮੂ ਜੀ। ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਕੱਲ ਗੱਲ ਸਾਂਝੀ ਕੀਤੀ ਸੀ ਕਿ ਉਹ ਕੱਲ ਬਕਾਇਦਾ ਜਿਹੜੀ ਕਿਸਾਨਾਂ ਦੀਆਂ ਇੱਥੇ ਸਰਗਰਮੀਆਂ ਚੱਲ ਰਹੇ ਹੈ ਉਹਨਾਂ ਦੇ ਸਬੰਧ ਦੇ ਵਿੱਚ ਕਵਰੇਜ ਲਈ ਗਏ ਸੀ ਔਰ ਬੜੀ ਉੱਥੋਂ ਉਹਨਾਂ ਨੇ ਜਿਹੜੀਆਂ ਅਹਿਮ ਜਾਣਕਾਰੀਆਂ ਉਹ ਲਿਆਂਦੀਆਂ, ਉਹ ਵੀ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਾਂਗੇ। ਤਾਂ ਹੁਣ ਅਸੀਂ ਜਿਹੜਾ ਆਪਣਾ ਅੱਜ ਦਾ ਗੁੱਡ ਮਾਰਨਿੰਗ ਸੰਗਤ ਹੈ ਉਹਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਤੇ ਇਹ ਪ੍ਰੋਗਰਾਮ ਸਾਡਾ ਲਾਈਵ ਹੁੰਦਾ ਤੇ ਇਸ ਦੇ ਵਿੱਚ ਤੁਸੀਂ ਵੀ ਜਿਹੜੇ ਹਿੱਸਾ ਪਾ ਸਕਦੇ ਹੋ, ਸਹਿਯੋਗ ਕਰ ਸਕਦੇ ਹੋ, ਆਪਣੀ ਗੱਲ ਕਹਿ ਸਕਦੇ ਹੋ, ਆਪਣੇ ਵਿਚਾਰ ਦੇ ਸਕਦੇ ਹੋ। ਸਾਡੇ ਜਿਹੜੇ ਫੋਨ ਨੰਬਰ ਹੈ ਉਹ ਥੱਲੇ ਫਲੈਸ਼ ਹੋ ਰਹੇ ਆ ਤੇ ਜਿਸ ਤਰ੍ਹਾਂ ਰੋਜ਼ਾਨਾ ਦੀ ਤਰ੍ਹਾਂ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਗੱਲ ਕਿ ਕਿਸ ਤਰ੍ਹਾਂ ਜਿਹੜਾ ਸਵੇਰ ਦਾ ਸਮਾਂ ਹੁੰਦਾ ਹੈ, ਹਰੇਕ ਆਪੋ ਆਪਣੇ ਕੰਮਾਂ 'ਚ ਰੁੱਝਿਆ ਹੁੰਦਾ ਤੇ ਹਰੇਕ ਆਪੋ ਆਪਣੇ ਕੰਮ ਦੀ ਤਿਆਰੀ ਵਿੱਚ ਹੁੰਦਾ, ਤਿਆਰ ਹੋ ਰਿਹਾ ਹੁੰਦਾ, ਨਾਸ਼ਤਾ ਕਰ ਰਿਹਾ ਹੁੰਦਾ, ਚਾਹ ਪੀ ਰਿਹਾ ਹੁੰਦਾ। ਤੇ ਜਿਸ ਤਰ੍ਹਾਂ ਲਾਕਡਾਊਨ ਦੀ ਸਥਿਤੀ 'ਚ ਘਰ ਬੈਠ ਕੇ ਜਿਸ ਤਰ੍ਹਾਂ ਦੀਆਂ ਸਰਗਰਮੀਆਂ ਹੋ ਸਕਦੀਆਂ ਉਹ ਕਰ ਰਹੇ ਹੁੰਦੇ ਆ। ਤਾਂ ਉਸ ਸਥਿਤੀ ਦੇ ਵਿੱਚ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਜਿਹੜੀਆਂ ਪ੍ਰਮੁੱਖ ਖਬਰਾਂ ਹੈਗੀਆਂ ਉਹ ਜ਼ਰੂਰ ਤੁਹਾਡੀ ਨਜ਼ਰ ਕੀਤੀਆਂ ਜਾਣ ਤੇ ਉਹਨਾਂ ਖਬਰਾਂ ਦੇ ਪਿੱਛੇ ਦਾ ਜਿਹੜਾ ਸੱਚ ਹੈ ਉਹ ਵੀ ਤੁਹਾਡੇ ਸਾਹਮਣੇ ਲਿਆਂਦਾ ਜਾਵੇ। ਤਾਂ ਅਸੀਂ ਅੱਜ ਦੀਆਂ ਜਿਹੜੀਆਂ ਮੁੱਖ ਖਬਰਾਂ ਉਹਨਾਂ ਵਿੱਚ ਜਿਸ ਤਰ੍ਹਾਂ ਜਿਹੜੀ ਸੁਪਰੀਮ ਕੋਰਟ ਹੈ ਉਸ ਨੇ CBI ਦੇ ਬਾਰੇ ਜਿਹੜਾ ਫੈਸਲਾ ਦਿੱਤਾ ਹੈ ਕਿ CBI ਦੀ ਕੋਈ ਵੀ ਜਾਂਚ ਜਿਹੜੀ ਹੈ ਉਹ ਸੂਬਿਆਂ ਦੀ ਸਹਿਮਤੀ ਤੋਂ ਬਿਨਾਂ ਹੋ ਨਹੀਂ ਸਕਦੀ, ਉਸ ਦੇ ਲਈ ਸੂਬਿਆਂ ਦੀ ਸਹਿਮਤੀ ਜ਼ਰੂਰੀ ਹੈ। ਦੂਸਰਾ, ਖੇਤੀ ਕਾਨੂੰਨਾਂ ਬਾਰੇ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਜਨਹਿਤ ਪਟੀਸ਼ਨ ਪਈ ਹੋਈ ਸੀ ਤੇ ਜਿਹੜੀ 12 ਅਕਤੂਬਰ ਨੂੰ ਸੁਣਵਾਈ ਦੌਰਾਨ ਬਕਾਇਦਾ ਉਦੋਂ ਸੁਪਰੀਮ ਕੋਰਟ ਨੇ ਉਸ ਨੂੰ ਖਾਰਜ ਕਰ ਦਿੱਤਾ ਸੀ ਤੇ ਉਸ ਜਨਹਿਤ ਪਟੀਸ਼ਨ ਨੂੰ ਕਰਨ ਵਾਲੇ ਮਨੋਹਰ ਲਾਲ ਸ਼ਰਮਾ ਜੀ ਜਿਹੜੇ ਵਕੀਲ ਸੀ ਉਹਨਾਂ ਨੂੰ ਬਕਾਇਦਾ ਇਹ ਕਹਿ ਦਿੱਤਾ ਗਿਆ ਕਿ ਤੁਸੀਂ ਇਹ ਹਾਈ ਕੋਰਟ 'ਚ ਜਾ ਕੇ ਇਹਦੇ ਬਾਰੇ ਜਿਹੜੀ ਹੈ ਅਪੀਲ ਆਪਣੀ ਉੱਥੇ ਜਿਹੜੀ ਹੈ ਹਿੱਤ ਹੈ ਜਿਹੜੀ ਤੁਹਾਡੀ ਪਟੀਸ਼ਨ ਉਹਨੂੰ ਉੱਥੇ ਦਾਖਲ ਕਰੋ। ਪਰ ਉਸ ਤੋਂ ਬਾਅਦ ਹੁਣ ਕੱਲ੍ਹ ਜਦੋਂ ਦੁਬਾਰਾ ਉਹਨਾਂ ਦੀ ਗੱਲ ਸੁਣੀ ਗਈ ਔਰ ਜਿਸ ਤਰ੍ਹਾਂ ਕਿ ਪਹਿਲਾਂ ਹੋਰ ਵੀ ਜਿਹੜੀਆਂ ਪਟੀਸ਼ਨਾਂ ਵੱਖ-ਵੱਖ ਜਿਹੜੇ ਆਗੂ ਹੈਗੇ ਆ ਰਾਜਸੀ ਪਾਰਟੀਆਂ ਦੇ ਉਹਨਾਂ ਨੇ ਪਾਈਆਂ, ਰਾਸ਼ਟਰੀ ਜਨਤਾ ਦਲ ਦੇ ਆਗੂ ਨੇ ਪਾਈ ਹੈ, TMC ਦੇ ਆਗੂ ਨੇ ਪਾਈ ਹੋਈ ਹੈ, ਤਾਂ ਉਹਨਾਂ ਦੀ ਸੁਣਵਾਈ ਦੇ ਲਈ ਵੀ ਬਕਾਇਦਾ ਸੁਪਰੀਮ ਕੋਰਟ ਨੇ ਜਵਾਬ ਮੰਗਿਆ ਹੋਇਆ ਕੇਂਦਰ ਸਰਕਾਰ ਤੋਂ 4 ਹਫ਼ਤਿਆਂ ਲਈ। ਤਾਂ ਹੁਣ ਜਿਹੜੀ ਇਹ ਜਨਹਿਤ ਪਟੀਸ਼ਨ ਸੀ ਉਸ ਨੂੰ ਵੀ ਸੁਪਰੀਮ ਕੋਰਟ ਨੇ ਕੱਲ੍ਹ ਰੱਦ ਜਿਹੜੀ ਕੀਤੀ ਸੀ ਉਸ ਨੂੰ ਬਹਾਲ ਕਰ ਦਿੱਤਾ ਤੇ ਉਹਦੇ ਤੇ ਵੀ 2 ਹਫ਼ਤਿਆਂ ਬਾਅਦ ਜਿਹੜੀ ਹੈ ਸੁਣਵਾਈ ਹੋਣੀ ਹੈ। ਸੋ ਇਹ ਜਿਹੜੀਆਂ ਖਬਰਾਂ ਔਰ ਇਸ ਦੇ ਨਾਲ ਜਿਸ ਤਰ੍ਹਾਂ UK ਦੇ ਸਰਕਾਰ ਨੇ ਔਰ ਕੱਲ੍ਹ ਪ੍ਰਧਾਨ ਮੰਤਰੀ ਨੇ ਬੋਰਿਸ ਜੌਨਸਨ ਹੋਣਾ ਨੇ ਇਹ ਐਲਾਨ ਕੀਤਾ ਕਿ ਜਿਸ ਤਰ੍ਹਾਂ ਪਿਛਲੇ 30 ਸਾਲਾਂ ਦੇ ਅੰਦਰ ਤੇ ਖਾਸ ਕਰਕੇ ਠੰਡੀ ਜੰਗ ਤੋਂ ਬਾਅਦ ਕਿ ਬਰਤਾਨੀਆ ਨੇ UK ਨੇ ਕੋਈ ਵੀ ਪੈਸਾ ਜਿਹੜਾ ਡਿਫੈਂਸ ਤੇ ਇੰਨਾ ਵੱਡਾ ਪੱਧਰ ਤੇ ਖਰਚ ਨਹੀਂ ਕੀਤਾ। ਉਹ ਉਹਨਾਂ ਨੇ 4 ਬਿਲੀਅਨ ਜਿਹੜੇ ਪਾਉਂਡ ਹੈ 4 ਸਾਲ ਹਰ ਸਾਲ ਜਿਹੜੇ ਹੈ ਉਹ ਉਹਨਾਂ ਨੇ ਖਰਚ ਕਰਨੇ ਆ ਔਰ ਉਹਦੇ ਵਿੱਚ 16 ਜਿਹੜੇ ਬਿਲੀਅਨ ਪਾਉਂਡ ਜਿਹੜੇ ਬਣ ਜਾਂਦੇ ਜੇ 4 ਸਾਲਾਂ ਜਿਹੜਾ ਖਰਚ ਹੈ ਔਰ ਉਹ ਸਪੇਸ ਔਰ ਸਾਈਬਰ ਦੀ ਜਿਹੜੀ ਟੈਕਨੋਲੋਜੀ ਹੈ ਉਹਦੇ ਤੇ ਕਰਨਾ ਹੈ। ਇਸ ਦੇ ਸਾਰੇ ਅਸੀਂ ਵਿਸਥਾਰ ਨਾਲ ਗੱਲ ਕਰਾਂਗੇ। ਜਿਵੇਂ ਜਿਸ ਤਰ੍ਹਾਂ CBI ਦੇ ਬਾਰੇ 'ਚ ਫੈਸਲਾ ਆਇਆ ਹੈਗਾ ਸਾਹਮਣੇ ਸੁਪਰੀਮ ਕੋਰਟ ਦਾ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਦੇਖੋ, ਜਿਹੜਾ ਵੱਖ-ਵੱਖ ਸੂਬਿਆਂ ਨੇ ਪਹਿਲਾਂ ਫੈਸਲੇ ਕੀਤੇ ਸੀ, ਜਿਨ੍ਹਾਂ ਨੇ 7 ਸਟੇਟਾਂ ਨੇ ਜਿਨ੍ਹਾਂ ਨੇ ਕੰਸੈਂਟ ਦਿੱਤੀ ਹੋਈ ਸੀ ਪਹਿਲਾਂ, ਜਿਨ੍ਹਾਂ ਨੇ ਵਾਪਸ ਲਈ ਹੈ ਕੰਸੈਂਟ ਜਿਹੜੀ ਵਾਪਸ ਲਈ, ਸਹਿਮਤੀ ਵਾਪਸ ਲੈਣ ਦਾ ਮਤਲਬ ਇਹ ਸੀ ਕਿ ਉਹਨਾਂ ਸੂਬਿਆਂ ਦੀਆਂ ਸਰਕਾਰਾਂ ਨੂੰ ਇਹ ਖਤਰਾ ਹੈ ਕਿ ਜਿਵੇਂ IB, ਜਿਵੇਂ CBI, ਜਿਵੇਂ ਇਨਕਮ ਟੈਕਸ ਡਿਪਾਰਟਮੈਂਟ, ਜਿਵੇਂ ਇਨਫੋਰਸਮੈਂਟ ਡਾਇਰੈਕਟੋਰੇਟ ਪਿਛਲੇ ਸਮੇਂ ਦੇ ਵਿੱਚ ਕੇਂਦਰ ਸਰਕਾਰ ਦਾ ਹੱਥ ਟੋਕਾ ਬਣ ਗਿਆ। ਇਹੀ ਤਰੀਕਾਕਾਰ ਜਿਹੜਾ ਹੈ ਕੇਂਦਰ ਸਰਕਾਰ ਜਿਹੜੀ ਹੈ ਇਸ ਮਾਮਲੇ 'ਚ ਵਰਤੇਗੀ ਜੀ। ਤੇ ਇਸ ਕਰਕੇ ਉਹਨਾਂ ਨੇ ਇਹ CBI ਦੀ ਜਿਹੜੀ ਕੰਸੈਂਟ ਆ ਉਹ ਵਾਪਸ ਲੈ ਲਈ ਤੇ ਇਸ ਕੰਸੈਂਟ ਵਾਪਸ ਲੈਣ ਦਾ ਮਤਲਬ ਹੀ ਇਹੀ ਸੀਗਾ ਵੀ ਕੇਂਦਰ ਸਰਕਾਰ ਇਸ ਏਜੰਸੀ ਨੂੰ ਆਪਣੇ ਹਿੱਤਾਂ ਲਈ ਵਰਤੇਗੀ। ਇੱਕ ਇੰਟਰਸਟਿੰਗ ਗੱਲ, ਇਹ ਵੈਸੇ ਤਾਂ ਵਿਰੋਧੀ ਧਿਰ ਦੇ ਜਿੱਥੇ ਸੂਬੇ ਆ ਉਹਨਾਂ ਹੀ ਲਈ ਹੈਗੀ ਹੈ, ਬਿਲਕੁਲ ਉਹਨਾਂ ਹੀ ਲਈ ਹੈ, ਪਰ ਹੁਣ ਜਿਹੜਾ ਫੈਸਲਾ ਦਿੱਤਾ ਸੁਪਰੀਮ ਕੋਰਟ ਨੇ ਉਹ ਸਾਰਿਆਂ ਤੇ ਲਾਗੂ ਹੋਏਗਾ, ਸਾਡੇ ਦੇਸ਼ ਦੇ ਸਾਰੇ ਸੂਬਿਆਂ ਦੇ ਉੱਪਰ ਰੂਲਿੰਗ ਹੋ ਗਈ। ਹਾਂਜੀ, ਰੂਲਿੰਗ ਇੱਕ ਤਰ੍ਹਾਂ ਦੀ ਬਣ ਗਈ ਹੈ ਤੇ ਕਿਸੇ ਸਟੇਟ ਦੇ ਵਿੱਚ ਵੀ CBI ਨੇ ਛਾਪਾ ਮਾਰਨਾ ਹੋ, ਕੋਈ ਕਾਰਵਾਈ ਕਰਨੀ ਹੋਊਗੀ ਤਾਂ CBI ਨੂੰ ਬਕਾਇਦਾ ਪ੍ਰਵਾਨਗੀ ਲੈਣੀ ਪਏਗੀ। ਜਿੰਨਾ ਚਿਰ ਪ੍ਰਵਾਨਗੀ ਨਹੀਂ ਲਏਗੀ ਉਹਨਾਂ ਚਿਰ CBI ਕਾਰਵਾਈ ਨਹੀਂ ਕਰ ਸਕੇਗੀ। ਇਹ ਇੱਕ ਚੰਗਾ ਫੈਸਲਾ ਜਿਹੜਾ
ਜਿਹੜਾ ਸੰਘੀ ਢਾਂਚੇ ਦੀ ਰਾਖੀ ਦੇ ਸੰਦਰਭ 'ਚ ਇਹਨੂੰ ਲਿਆ ਜਾਣਾ ਚਾਹੀਦਾ। ਵੀ ਇਹ ਸੀਗਾ ਪਿਛਲੇ ਸਮੇਂ 'ਚ ਜਦੋਂ ਕਰੋਨਾ ਮਹਾਮਾਰੀ ਜਦੋਂ ਸ਼ੁਰੂ ਹੋਈ ਹੈ, ਜੋ ਕੇਂਦਰ ਸਰਕਾਰ ਨੇ ਰਗੜਾ ਫੇਰਿਆ ਹੈ ਸੰਘੀ ਢਾਂਚੇ ਦੇ ਉੱਪਰ, ਉਹਦੇ ਮੱਦੇ ਨਜ਼ਰ ਇਹ ਇੱਕ ਅੱਛਾ ਫੈਸਲਾ। ਵੈਸੇ ਵੀ ਜੰਮੂ 'ਚ ਜਿਸ ਤਰ੍ਹਾਂ CBI ਦਾ ਜਿਹੜਾ ਅਧਿਕਾਰ ਖੇਤਰ ਹੈ ਉਹ ਤੈਅ ਤਾਂ ਉਹਦੇ ਨਾਲ ਹੀ ਹੁੰਦਾ, ਜਿਵੇਂ ਦਿੱਲੀ ਵਿਸ਼ੇਸ਼ ਸਥਾਪਨਾ ਜਿਹੜਾ ਪੁਲਿਸ ਐਕਟ ਹੈਗਾ ਉਹਦੇ ਤਹਿਤ ਜਿਹੜੀਆਂ ਧਾਰਾ 5-6 ਹੈ, ਇਹ ਸੁਪਰੀਮ ਕੋਰਟ ਨੇ ਫੈਸਲਾ ਉਹਨਾਂ ਦੇ ਅਧੀਨ ਦਿੱਤਾ ਹੈ ਕਿ ਉਹਦੇ ਲਈ ਸੂਬਿਆਂ ਦੀ ਜਿਹੜੀ ਸਹਿਮਤੀ ਜ਼ਰੂਰੀ ਹੈ, ਤੇ ਸੂਬਿਆਂ ਦੀ ਸਹਿਮਤੀ ਜੇ ਨਹੀਂ ਹੁੰਦੀ ਤਾਂ ਕੇਂਦਰ ਦੀ ਇਕੱਲੀ ਸਹਿਮਤੀ ਨਾਲ ਉਹ ਜਾਂਚ ਨਹੀਂ ਹੋ ਸਕਦੀ। ਹਾਂਜੀ ਬਿਲਕੁਲ, ਉਹਨਾਂ ਨੇ ਉਸੇ ਦੀ ਧਾਰਾ 5 ਜਾਂ 6 ਦੇ ਤਹਿਤ ਫੈਸਲਾ ਦਿੱਤਾ ਜੀ ਵੀ ਉਹ ਇੱਕ ਧਿਰ ਦੀ ਸਹਿਮਤੀ ਨਾਲ ਨਹੀਂ ਚੱਲ ਸਕਦਾ। ਮਤਲਬ ਵੱਡੀ ਗੱਲ ਇਹਦੇ 'ਚ ਇਹ ਹੈਗੇ ਸੰਘੀ ਢਾਂਚੇ ਦਾ ਜਿਹੜਾ ਖਿਆਲ ਰੱਖਿਆ ਗਿਆ ਵੀ ਜਿਹੜੇ ਸੂਬਿਆਂ ਨੂੰ ਅਧਿਕਾਰ ਮਿਲੇ, ਜ਼ਿਕਰ ਵੀ ਕੀਤਾ ਉਹਨਾਂ ਨੇ, ਬਕਾਇਦਾ ਜ਼ਿਕਰ ਕੀਤਾ ਵੀ ਜਿਹੜੇ ਪਿਛਲੇ ਸਮੇਂ ਦੇ ਵਿੱਚ ਜਿਹੜੇ ਸੰਘੀ ਢਾਂਚੇ ਦੇ ਅਧਿਕਾਰਾਂ ਨੂੰ ਕੁਚਲਿਆ ਗਿਆ, ਤੋੜਿਆ ਗਿਆ, ਮਤਲਬ ਉਹਨਾਂ ਦੇ ਬਾਰੇ ਸਾਰੇ ਗੱਲ ਨੂੰ ਜਿਹੜਾ ਮੱਦੇ ਨਜ਼ਰ ਰੱਖ ਕੇ ਇਹ ਫੈਸਲਾ ਲਿਆ ਗਿਆ। ਜੰਮੂ ਮੈਂ ਤੁਹਾਡੀ ਗੱਲ 'ਚ ਐਡ ਹੀ ਕਰਦਾ, ਉਹ ਜਿਹੜਾ ਉਹਨਾਂ ਨੇ ਬਕਾਇਦਾ ਇਹ ਸ਼ਬਦ ਵਰਤਿਆ ਹੈਗਾ ਕਿ ਸੰਵਿਧਾਨ ਦੇ ਜਿਹੜੀਆਂ ਸਾਡੀਆਂ ਬੁਨਿਆਦੀ ਗੱਲਾਂ ਉਹਨਾਂ 'ਚੋਂ ਇੱਕ ਇਹ ਹੈ, ਤੇ ਜਿਹੜੀ ਇਹ ਹੈਗੀ ਹੈ ਇਸ ਜਿਹੜਾ ਸੰਘੀ ਢਾਂਚਾ ਹੈ ਉਹਦੇ ਨਾਲ ਸੰਬੰਧਿਤ ਹੈ, ਇਸ ਕਰਕੇ ਇਹ ਜ਼ਰੂਰੀ ਹੈ ਕਿ ਰਾਜਾਂ ਦੀ ਸਹਿਮਤੀ ਲਈ ਜਾਵੇ, ਇਹ ਉਹਨਾਂ ਨੇ ਵਿੱਚ ਲਿਖਿਆ ਹੈਗਾ। ਦੇਖੋ ਕਿਸੇ ਸਮੇਂ ਜਦੋਂ ਪਹਿਲਾਂ ਵੀ ਸੂਬਿਆਂ ਦੀ ਸੰਘੀ ਢਾਂਚੇ ਤੇ ਹਮਲਾ ਹੋਇਆ ਸੀਗਾ, ਕਿੰਨੀਆਂ ਸਰਕਾਰਾਂ ਤੋੜ ਦਿੱਤੀਆਂ ਜਾਂਦੀਆਂ ਸੀਗੀਆਂ। ਹੁਣ ਇਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਇੱਕ ਨਵਾਂ ਤਰੀਕਾ ਕੱਢ ਲਿਆ ਵੀ ਪਾਰਟੀਆਂ ਤੋੜੋ, ਪਾਰਟੀਆਂ ਤੋੜ ਕੇ ਉਹਨਾਂ ਨੂੰ ਆਪਣੇ ਹੱਕ 'ਚ ਕਰੋ, ਉਹਨਾਂ ਦੇ MLA ਨੂੰ। ਇੱਕ ਨਵਾਂ ਮੈਥਡ ਜਿਹੜੇ ਮੈਥਡੋਲੋਜੀ ਇਹਨਾਂ ਨੇ ਅਪਣਾ ਲਈ, ਤੇ ਕਿੰਨੇ ਸੂਬਿਆਂ ਦੀਆਂ ਸਰਕਾਰਾਂ ਜਿਹੜੀਆਂ ਧਾਰਾ 356 ਦੀ ਵਰਤੋਂ ਹੀ ਨਹੀਂ ਕਰਨੀ। ਜੀ ਇੱਕ ਤਾਂ ਤੁਸੀਂ ਜਿਹੜੀ ਗੱਲ ਕੀਤੀ, ਤੁਸੀਂ ਆਪਦੀ ਗੱਲ ਨੂੰ ਜਾਰੀ ਰੱਖਿਓ। ਇਹਨਾਂ ਨੇ ਠੀਕ ਹੈ ਇਹ ਸਰਕਾਰਾਂ ਜਿਹੜੀਆਂ ਤੋੜੀਆਂ, ਪਰ ਕੁਝ ਥਾਵਾਂ ਤੇ ਤਾਂ ਜਿੱਤੀ, ਜਿਵੇਂ ਕਾਂਗਰਸ ਤੇ ਸਰਕਾਰਾਂ ਇਹਨਾਂ ਨੇ ਬਣਾਈਆਂ, ਜਿਵੇਂ ਗੋਆ ਦੀ ਸਰਕਾਰ ਵੇਲੇ ਹੋਇਆ ਸੀਗਾ, ਗੋਆ ਦੀ, ਮਣੀਪੁਰ ਦੀ, ਉਧਰ ਕਈ ਮਤਲਬ ਸਰਕਾਰਾਂ ਦਾ। ਤੁਸੀਂ ਆਪਦੀ ਗੱਲ ਜਾਰੀ ਰੱਖੋਗੇ। ਮਤਲਬ ਇਹ ਤਰੀਕਾਕਾਰ ਨਵਾਂ ਮੈਥਡੋਲੋਜੀ ਇਹਨਾਂ ਨੇ ਕੱਢ ਲਈ ਵੀ ਆਹ ਤਰੀਕਾ ਅਪਣਾਓ। ਇਹ ਤਰੀਕਾ ਜਿਹੜਾ ਰੌਂਗ ਮੈਥਡ ਹੈ, ਇਹ ਲੌਂਗ ਰਨ ਦੇ ਵਿੱਚ ਪੇ ਨਹੀਂ ਕਰਨਗੇ, ਇਹ ਸ਼ਾਰਟ ਰਨ ਦੇ ਵਿੱਚ ਦਾ ਇਹ ਪੇ ਕਰ ਸਕਦੇ ਆ। ਜਿਉਂ-ਜਿਉਂ ਮਾਮਲੇ ਅੱਗੇ ਵਧਣਗੇ ਉਹਦੇ ਵਿੱਚ ਇਹਨਾਂ ਦਾ ਨੁਕਸਾਨ ਹੋਏਗਾ, ਦੇਸ਼ ਨੂੰ ਨੁਕਸਾਨ ਹੋਏਗਾ। ਇਹ ਕਹਿੰਦੇ ਸੀ ਵੀ ਪਾਰਟੀ ਵਿਦ ਡਿਫਰੈਂਸ, ਉਹ ਕਿੱਥੇ ਰਹਿ ਗਿਆ? ਕਿਸੇ ਮਾਮਲੇ 'ਚ ਵੀ ਨਹੀਂ ਰਹਿ ਗਿਆ। ਇਸ ਕਰਕੇ ਜਿਹੜਾ ਇਹਦੇ ਮਾਮਲੇ ਦੇ ਵਿੱਚ ਸਹੀ ਡਿਫਰੈਂਸ ਤਾਂ ਹੈਗਾ ਜੰਮੂ ਜੀ, ਹੁਣ ਉਹ ਡਿਫਰੈਂਸ ਤਾਂ ਜਿਹੜਾ ਹੋਰ ਪਾਸੇ ਵੱਲੋਂ ਚਲੇ ਗਿਆ ਨਾ ਸਾਰੇ। ਤੁਸੀਂ ਜਿਹੜਾ ਨਾ 70 साल जो कोई बनया सी ना, मतलब तुसी सारा कुछ जो हमने 6 साल में कर दिया, जो 70 जिहड़ी बुनियाद बनी है तुसी ओहदे तो भी मुनकर होण लगे। मतलब जिन्नी हैवी इंडस्ट्री हिंदुस्तान च लगी, वड्डे वड्डे प्रोजेक्ट लगे, साडे भाखड़ा डैम जिहड़ा तुसी इहदे तो भी मुनकर हो गए। तुसी तो सारे कासे नूं कहता भी असीं जो कीता वो ठीक है, तुसी तो इत्थों तक चल गए कि वाजपेयी दे सरकार 6 साल रही, ओनू भी नहीं मन्निया भी उन्हें भी कुछ कीता। मतलब तुसी सारी जिहड़ी प्राप्ति है अपने नां ते मनन लगे, जिहड़ी फेलियर एक बारी मने ये कोई तरीका कार नहीं गा हैगा। इस करके ही चंगा होया क्योंकि जिहड़ी सरकारिया कमीशन की रिपोर्ट सी आई के समय उन्हें भी संघी ढांचे की हमायत की सी, उन्हें भी सरकारां तोड़न दा विरोध कीता सी, उन्हें भी 356 वरतण दा विरोध कीता सीगा। इस करके इसे करके तो जो दुर्वरत होंदी है उदों कई बार ये मामला उठता भी गवर्नर की पोस्ट खत्म कर दी जाए। राजपाल हुण तुसीं पंजाब च देखो जम्मू जी, गवर्नर की तुसीं गल कीती है कि पंजाब विधान सभा जिहड़ी चुनी हुई है लोकां दी, वो सारे विधायक चुने हुए है, मुख मंत्री है, कैबिनेट है, उन्नी सारी सहमति नाल भारतीय जनता पार्टी के 2 विधायकों नूं छड्ड के उन्होंने जिहड़े कानून पास कीते, जिहड़े मते पास कीते, वो गवर्नर अगे भेजण नूं तैयार ही नहीं पंजाब के गवर्नर बीबी बदनौर होनी। देखो इसे मुद्दे नूं लैके पंजाब के मुख मंत्री कैप्टन अमरिंदर सिंह की सरकार ने राष्ट्रपति कोलों समा मंगिया सी भी असी आ 3 कानून पास किए आ, चौथा बिजली बारे हैगा, इन्हां दे बारे असी मिलना चाहुंदे आ। राष्ट्रपति भवन तो उन्होंने सुनेहा आया भी अजे साडे कोल नहीं पहुंचे वो कानून जिहड़े तुसीं बनाए आ। इन्हां दोबारा कहा भी असीं इसे करके मिलना चाहुंदे, उन्होंने फिर यही कहता भी अजे आए नहीं, इस करके मिलिया नहीं जा सकदा। राष्ट्रपति पंजाब के मुख मंत्री वजीरां नूं ते MLA नूं नहीं मिले, मतलब दिल्ली हुंदे होए नहीं मिले, टाइम हुंदे होए नहीं मिले। मतलब इस करके दूजे पासे एक पत्रकार के मामले के उपर वो उन्हां दे वफद नूं जिहड़ा वो मिलण दा समा देता अर्नब गोस्वामी के मुद्दे के उपर। जी जी, मतलब उहदे लई तां सारे केंद्रीय मंत्री सरगर्म हो गए। मतलब एक पत्रकार वो ज़्यादा वड्डा हो गया कि सूबा सरकार छोटी हो गई, मुख मंत्री छोटा हो गया। मतलब ये की तवाजन है भाई। मतलब ये भी होया। मतलब एक होर पत्रकार है
ਜਿਹੜਾ ਸਦੀਕੀ ਜਿਹੜਾ ਉਹਦਾ ਮਾਮਲਾ ਜਿਹੜਾ ਉਹਦੇ 'ਚ ਸੁਪਰੀਮ ਕੋਰਟ ਵੀ ਸਾਡੀ ਘਿਰਦੀ ਹੈ। ਮਤਲਬ ਉਹਦਾ ਕੇਸ ਸੁਣਿਆ ਨਹੀਂ ਗਿਆ ਤੇ ਦੂਜੇ ਪਾਸੇ ਤੁਸੀਂ ਅਰਨਬ ਗੋਸਵਾਮੀ ਨੂੰ ਮਤਲਬ 7 ਦਿਨਾਂ ਦੇ ਵਿੱਚ ਜ਼ਮਾਨਤ ਦਿੱਤੀ। ਮਤਲਬ ਤੁਸੀਂ ਜਿਹੜੇ ਮਤਲਬ ਜੇਲ੍ਹਾਂ ਦੇ ਵਿੱਚ ਕਿਸੇ ਲੰਮੇ ਸਮੇਂ ਤੋਂ ਜਿਹੜੇ ਮਤਲਬ ਸਮਾਜਿਕ ਕਾਰਕੁਨ ਨੇ ਉਹਨਾਂ ਨੂੰ ਜੇਲ੍ਹਾਂ 'ਚ ਸੁੱਟਿਆ ਹੋਇਆ, ਸਟੈਨ ਸਵਾਮੀ ਆ, ਹੋਰ ਕਈ ਆ, ਉਹਨਾਂ ਦੇ ਕੋਈ ਸੁਣਵਾਈ ਨਹੀਂ ਉਹਨਾਂ ਬਾਰੇ। ਮਤਲਬ ਵਰਵਰਾ ਰਾਓ ਨੂੰ ਕਿੰਨੇ ਚਿਰ ਬਾਅਦ ਜਿਹੜਾ ਹੁਣ ਜਾ ਕੇ ਕੱਲ ਹਸਪਤਾਲ ਭੇਜਿਆ। ਮਤਲਬ ਬਜ਼ੁਰਗ ਬੰਦਾ, ਕਈ ਬਿਮਾਰੀਆਂ ਦਾ ਸ਼ਿਕਾਰ ਹੈ। ਈਵਨ ਇੱਕ ਹੋਰ ਇੰਟਰਸਟਿੰਗ ਮਾਮਲਾ ਆਇਆ, ਮਤਲਬ ਇੱਕ ਮਾਮਲੇ ਦੇ ਵਿੱਚ ਬੰਦਾ ਪਾਰਕਿੰਸਨ ਹੋਈ ਹੈ, ਉਹ ਪਾਣੀ ਨਹੀਂ ਪੀ ਸਕਦਾ ਹੱਥਾਂ ਨਾਲ ਗਲਾਸ ਫੜ ਕੇ, ਉਹਨੇ ਮੰਗਿਆ ਵੀ ਮੈਨੂੰ ਪੈਪ ਜਿਹੜੀ ਹੈ ਨਾ ਉਹ ਨਾਲੀ ਜਿਹੜੀ ਹੈ ਉਹ ਦੇ ਦਿੱਤੀ ਜਾਵੇ। ਉਹਦੇ 'ਚ ਇਹਨਾਂ ਦੇ ਵਕੀਲ ਜਿਹੜਾ ਉਹਨੇ ਕਿਹਾ ਜੀ 3 ਹਫ਼ਤੇ ਦਾ ਸਮਾਂ ਦਿਓ ਜਵਾਬ ਦੇਣ ਲਈ। ਇਹੋ ਜਿਹੇ ਮਾਮਲਿਆਂ 'ਚ ਇਹ ਹਿਊਮਨ ਗਰਾਊਂਡ ਹੈ, ਹਿਊਮਨਿਟੇਰੀਅਨ ਗਰਾਊਂਡ ਹੈ, ਮਾਨਵ ਆਧਾਰ ਤੇ ਕੀ ਮੰਗ ਕੀ ਰਿਹਾ? ਪਾਣੀ ਪੀਣਾ ਨਾ ਉਹਨੇ ਜ਼ਿੰਦਗੀ ਚ। ਪਰ ਅਸਲ ਜੰਮੂ ਜੀ ਗੱਲ ਤਾਂ ਉੱਥੇ ਹੀ ਆਉਂਦੀ ਹੈ ਨਾ ਕਿ ਜਿਸ ਢੰਗ ਨਾਲ ਕੇਂਦਰ ਸਰਕਾਰ ਇਹਨਾਂ ਏਜੰਸੀਆਂ ਨੂੰ, ਚਾਹੇ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਇਨਕਮ ਟੈਕਸ ਦਾ, ਈਡੀ ਦਾ, CBI ਦਾ, ਜਿਸ ਤਰ੍ਹਾਂ ਵਰਤ ਰਹੀ ਸੀ, ਉਹਦੇ ਵਿਰੋਧ ਦੇ ਵਿੱਚੋਂ ਹੀ ਰਾਜ ਸਰਕਾਰਾਂ ਨੇ ਇਹ ਫੈਸਲੇ ਲਏ ਨਾ ਕਿ ਵੀ, ਔਰ ਪਹਿਲਾਂ ਰਾਜ ਸਰਕਾਰਾਂ ਨੇ ਫੈਸਲੇ ਲਏ, ਹੁਣ ਸੁਪਰੀਮ ਕੋਰਟ ਨੂੰ ਵੀ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਇਹ ਜ਼ਿਆਦਤੀ ਹੋ ਰਹੀ ਹੈ ਔਰ ਇਸ ਨੂੰ ਰੋਕਿਆ ਜਾਣਾ ਚਾਹੀਦਾ, ਤਾਂ ਉਹਨੇ ਵੀ ਇਹਦੇ ਤੇ ਫੈਸਲਾ ਦੇ ਦਿੱਤਾ। ਸੁਪਰੀਮ ਕੋਰਟ ਨੇ ਰਾਜ ਸਰਕਾਰਾਂ ਵੱਲੋਂ ਲਏ ਫੈਸਲਿਆਂ ਦੇ ਉੱਪਰ ਮੋਹਰ ਲਾਤੀ ਹੈ। ਬਿਲਕੁਲ ਠੀਕ ਹੈ, ਬਿਲਕੁਲ ਕਹਿਤਾ ਵੀ ਠੀਕ ਹੈ ਤੁਸੀਂ ਸਹੀ ਫੈਸਲੇ ਕੀਤੇ ਆ, ਇਹ ਨਹੀਂ ਕਿਹਾ ਵੀ ਤੁਸੀਂ ਗਲਤ ਕੀਤੇ, ਸਹੀ ਫੈਸਲੇ ਕੀਤੇ। ਇਹਦਾ ਮਤਲਬ ਇਹਦੇ ਪੁਖਤਾ ਸਬੂਤ ਮਿਲ ਗਏ ਵੀ ਕੇਂਦਰ ਸਰਕਾਰ ਇਹਨਾਂ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ। ਬਿਲਕੁਲ ਠੀਕ ਹੈ, ਬਿਲਕੁਲ ਠੀਕ। ਜਿਹੜੀ ਮਤਲਬ ਸਹੀ ਸਥਿਤੀ ਇਹ ਹੈ, ਇਸ ਤਰੀਕੇ ਦਾ ਇਹ ਕੰਮਕਾਜ ਹੋਇਆ ਤੇ ਵਾਜਬ ਹੈ ਮਤਲਬ ਵੀ ਕੇਂਦਰ ਸਰਕਾਰ ਨੂੰ ਧੱਕਾ ਕਰਨ ਤੋਂ ਇੱਕ ਹੱਦ ਤੱਕ ਰੋਕਿਆ। ਮਤਲਬ ਇਹ ਕੇਂਦਰ ਸਰਕਾਰ ਲਈ ਵੀ ਇੱਕ ਸੰਕੇਤ ਹੈ ਵੀ ਜਿਸ ਤਰ੍ਹਾਂ ਤੁਸੀਂ ਕੰਮਕਾਜ ਕਰ ਰਹੇ ਆਪਣੇ ਕੰਮਕਾਜ ਨੂੰ ਸੁਧਾਰੋ। ਸਾਡਾ ਦੇਸ਼ ਜਮਹੂਰੀ ਦੇਸ਼ ਹੈ, ਜਮਹੂਰੀ ਦੇਸ਼ ਦੇ ਜਿਹੜੇ ਢੰਗ ਤਰੀਕੇ ਉਹ ਅਪਣਾਓ। ਮਤਲਬ ਤੁਸੀਂ ਇਹ ਨਹੀਂ ਵੀ ਕਿਸੇ ਨੂੰ ਅਣਮਿੱਥੇ ਸਮੇਂ ਲਈ ਜੇਲ੍ਹਾਂ 'ਚ ਸੁੱਟੀ ਜਾਓ। ਤਰੀਕਾ ਕਰ ਇਹੀ ਵਰਤਿਆ ਗਿਆ। ਕਿੰਨੇ ਮਤਲਬ ਲੋਕ ਜਿਹੜੇ ਆ ਜੇਲ੍ਹਾਂ 'ਚ ਸੁੱਟੇ ਗਏ। ਨਹੀਂ ਵੈਸੇ ਵੀ ਜੰਮੂ ਜਿਹੜਾ ਵੀ ਕੇਂਦਰ ਸਰਕਾਰ ਦੇ ਖਿਲਾਫ ਬੋਲਦਾ ਹੈ ਜਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਾਰੇ ਕੋਈ ਗੱਲ ਕਰਦਾ, ਉਹਦੇ ਖਿਲਾਫ ਕੇਸ ਦਰਜ ਹੁੰਦੇ ਆ। ਔਰ ਜਿਹੜੇ ਕੋਈ ਲੀਡਰ ਉਹਦਾ ਕਰਦੇ, ਜਿਸ ਤਰ੍ਹਾਂ ਤੁਸੀਂ ਦੇਖੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਭਾਵੇਂ ਕਿ ਕੇਸ ਪਹਿਲੇ ਸੀਗੇ ਉਹਦੇ ਬੇਟੇ ਦੇ ਖਿਲਾਫ, ਪਰ ਹੋਰ ਇਨਕਮ ਟੈਕਸ ਦੇ ਜਿਹੜੇ ਉਹਨਾਂ ਨੂੰ ਨੋਟਿਸ ਚਲੇ ਗਏ, ਜਿਉਂ ਹੀ ਉਹਨਾਂ ਨੇ ਵਿਸ਼ੇਸ਼ ਇਜਲਾਸ ਬੁਲਾ ਕੇ ਖੇਤੀ ਕਾਨੂੰਨ ਬਦਲਵੇਂ ਬਣਾਏ ਤਾਂ ਉਹਨਾਂ ਨੂੰ ਨੋਟਿਸ ਆਉਣੇ ਸ਼ੁਰੂ ਹੋ ਗਏ। 4 ਸਾਲ ਪਹਿਲਾਂ ਤੁਸੀਂ ਬੰਦ ਕਰਤੇ, 16 ਦੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ। ਹੁਣ ਜਿਹੜੇ ਜਦੋਂ ਉਹਨਾਂ ਨੇ ਥੋੜੀ ਜਿਹੀ ਤੌਰ ਤੇ ਆਵਾਜ਼ ਚੁੱਕੀ ਹੈ, ਉਦੋਂ ਤੁਸੀਂ ਉਹਨਾਂ ਨੂੰ ਪੂਰੇ ਪਰਿਵਾਰ ਨੂੰ ਹੀ ਘੇਰ ਲਿਆ। ਇਵਨ ਉਹਨਾਂ ਦਾ ਨਾਬਾਲਗ ਪੋਤਾ ਉਹਨੂੰ ਵੀ ਨੋਟਿਸ ਜਾਰੀ ਕਰਤਾ। ਮਤਲਬ ਇਹ ਤਰੀਕਾ ਹੈਗਾ ਇਹਨਾਂ ਦਾ ਬਦਲਾਖੋਰੀ ਦਾ, ਬਦਲਾ ਲਊ ਢੰਗ ਹੈਗਾ। ਮਤਲਬ ਮੰਨਣਗੇ ਨਹੀਂ, ਕਹਿਣਗੇ ਹਮੇ ਕਿਆ ਪਤਾ। ਇੱਥੇ ਅਸੀਂ ਆਪਣੇ ਦਰਸ਼ਕਾਂ ਦੀ ਜਾਣਕਾਰੀ ਲਈ ਇਹ ਵੀ ਦੱਸ ਦੇਣਾ ਚਾਹੁੰਦੇ ਕਿ ਸਾਡੇ ਨੰਬਰ ਥੱਲੇ ਫਰੈਸ਼ ਹੋ ਰਹੇ ਆ। ਤੁਸੀਂ ਇਸ ਗੱਲਬਾਤ ਦਾ ਹਿੱਸਾ ਬਣ ਸਕਦੇ ਹੋ, ਆਪਣੀ ਗੱਲ ਕਹਿ ਸਕਦੇ ਹੋ, ਆਪਣੇ ਵਿਚਾਰ ਦੇ ਸਕਦੇ ਹੋ, ਜਿਹੜੇ ਸੰਗਤ TV ਦੇ ਦਰਸ਼ਕਾਂ ਤੱਕ ਵੀ ਸਾਰੇ ਪੁੱਜਣਗੇ। ਤੇ ਜੰਮੂ ਜੀ ਅਸੀਂ ਅਗਲੀ ਗੱਲ ਵੱਲ ਵਧਦੇ ਹਾਂ। ਅਗਲੀ ਗੱਲ ਵੀ ਜਿਹੜੀ ਹੈ ਸੁਪਰੀਮ ਕੋਰਟ ਦੇ ਇੱਕ ਫੈਸਲੇ ਨਾਲ ਹੀ ਜੁੜੀ ਹੋਈ ਹੈ ਕਿ ਜਿਸ ਤਰ੍ਹਾਂ ਖੇਤੀ ਕਾਨੂੰਨਾਂ ਦੇ ਬਾਰੇ ਪਹਿਲਾਂ ਸੁਪਰੀਮ ਕੋਰਟ 'ਚ ਬਹੁਤ 4-5 ਰਿਟਾਂ ਹੋਈਆਂ ਜਿਨ੍ਹਾਂ ਨੂੰ ਉਹਨਾਂ ਨੇ ਇਕੱਠਾ ਕੀਤਾ ਔਰ ਜਿਨ੍ਹਾਂ ਤੇ ਸੁਣਵਾਈ ਹੋ ਰਹੀ ਹੈ। ਔਰ ਉਸ ਸੁਣਵਾਈ ਦੇ ਉੱਤੇ ਬਕਾਇਦਾ ਜਿਹੜਾ ਕੇਂਦਰ ਸਰਕਾਰ ਨੂੰ 4 ਹਫ਼ਤਿਆਂ ਦਾ ਨੋਟਿਸ ਦਿੱਤਾ ਗਿਆ। ਪਰ ਇੱਕ ਜਿਹੜੀ ਜਨਹਿਤ ਪਟੀਸ਼ਨ ਸੀਗੀ ਮਨੋਹਰ ਲਾਲ ਸ਼ਰਮਾ ਹੋਣਾ ਨੇ ਪਾਈ, ਔਰ ਉਸ ਜਨਹਿਤ ਪਟੀਸ਼ਨ ਦੇ ਉੱਤੇ ਪਹਿਲਾਂ ਜਦੋਂ ਸੁਣਵਾਈ ਹੋਈ 12 ਅਕਤੂਬਰ ਦੀ ਗੱਲ ਹੈ, ਤਾਂ ਉਸ ਸਮੇਂ ਸੁਣਵਾਈ ਪੂਰੀ ਨਹੀਂ ਹੋਈ ਜਾਂ ਕਿਸ ਤਰ੍ਹਾਂ ਉਹ ਸੁਪਰੀਮ ਕੋਰਟ ਨੇ ਉਸ ਜਿਹੜੀ ਪਟੀਸ਼ਨ ਸੀਗੀ ਜਨਹਿਤ ਪਟੀਸ਼ਨ ਉਹਨੂੰ ਖਾਰਜ ਕਰ ਦਿੱਤਾ, ਰੱਦ ਕਰ ਦਿੱਤਾ। ਔਰ ਉਸ ਵਕੀਲ ਨੇ ਜਨਹਿਤ ਪਟੀਸ਼ਨ ਜਿਹਨੇ ਕੀਤੀ ਸੀ ਉਹਨਾਂ ਨੇ ਬਕਾਇਦਾ ਹੁਣ ਸੁਪਰੀਮ ਕੋਰਟ ਨੂੰ ਦੁਬਾਰਾ ਕਿਹਾ ਕਿ ਉਸ ਦਿਨ ਮੈਂ ਆਪਣੀ ਗੱਲ ਪੂਰੀ ਨਹੀਂ ਕਹਿ ਸਕਿਆ, ਮੈਨੂੰ ਮੌਕਾ ਦਿੱਤਾ ਜਾਵੇ। ਤਾਂ ਹੁਣ ਜਦੋਂ ਦੁਬਾਰਾ ਸੁਣਵਾਈ ਹੋਈ ਹੈ ਤਾਂ ਉਹ ਬੈਂਚ ਨੇ ਕਿਹਾ ਕਿ ਹਾਂ ਸਾਨੂੰ ਯਾਦ ਹੈ ਕਿ ਉਸ ਦਿਨ ਕਿਸ ਤਰ੍ਹਾਂ ਤੁਹਾਡਾ ਮਾਮਲਾ ਅਸੀਂ ਲਿਆ ਸੀਗਾ, ਉਹਦੇ ਬਾਰੇ ਵਿਚਾਰ ਵੀ ਕੀਤਾ ਸੀ, ਤੇ ਇਸ ਕਰਕੇ ਤੁਹਾਡੀ ਜਿਹੜੀ ਜਨਹਿਤ ਪਟੀਸ਼ਨ ਹੈ ਉਸ ਨੂੰ ਅਸੀਂ ਬਹਾਲ ਕਰਦੇ ਹਾਂ ਔਰ 2 ਹਫ਼ਤਿਆਂ ਬਾਅਦ ਉਹਦੇ ਤੇ ਸੁਣਵਾਈ ਹੋਏਗੀ। ਤੇ ਤੁਸੀਂ ਇਸ ਸਾਰੇ ਨੂੰ ਕਿਸ ਤਰ੍ਹਾਂ ਦੇਖਦੇ ਹੋ? ਕਿਉਂਕਿ ਖੇਤੀ ਕਾਨੂੰਨਾਂ ਦਾ ਹੀ ਬਹੁਤਾ ਮਾਮਲਾ ਇਸ ਵੇਲੇ ਸਾਰਾ ਦੇਸ਼ ਤੋਂ ਜਿਹੜਾ ਮੁੱਖ ਏਜੰਡਾ ਬਣਿਆ ਹੋਇਆ ਕਿਸਾਨ ਯੂਨੀਅਨਾਂ ਦਾ ਵੀ, ਔਰ ਬਾਕੀ ਵੀ ਜਿਹੜੇ ਸਮਾਜ ਦੇ ਵਰਗ ਹੈ ਉਹ ਵੀ ਇਸ ਵੱਲ ਦੇਖ ਰਹੇ ਆ ਕਿ ਇਸ ਤੇ ਕੇਂਦਰ ਕੀ ਕਹਿੰਦਾ। ਹੁਣ ਤਾਂ ਸੁਪਰੀਮ ਕੋਰਟ ਵੀ ਉਹਦੇ ਵਿੱਚ ਸ਼ਾਮਲ ਹੋ ਗਈ। ਦੇਖੋ ਜੰਡੂ ਸਾਹਿਬ, ਜਿਵੇਂ ਲਾਕਡਾਊਨ ਦੇ ਵਿੱਚ ਕੇਂਦਰ ਸਰਕਾਰ ਨੇ ਖੇਤੀ ਬਾਰੇ 3 ਆਰਡੀਨੈਂਸ ਲਿਆਂਦੇ। ਆਰਡੀਨੈਂਸ ਲਿਆਉਣ ਤੋਂ ਪਹਿਲਾਂ ਕਿਸੇ ਵੀ ਸੂਬਾ ਸਰਕਾਰ ਨਾਲ ਸਲਾਹ ਨਹੀਂ ਕੀਤੀ। ਉਂਝ ਉਹਨਾਂ ਕਹਿ ਵੀ ਅਸੀਂ ਮੁੱਖ ਮੰਤਰੀ ਸੱਦੇ ਸੀਗੇ, ਕੁਝ ਮੁੱਖ ਮੰਤਰੀ ਆਏ ਨਹੀਂ ਆਏ, ਇਹ ਲੌਜਿਕ ਸੀਗਾ।
ਪਰ ਜੰਮੂ ਜਿਹੜੀ ਅਫੈਕਟਡ ਧਿਰ ਸੀ ਜਾਂ ਜਿਹੜੇ ਸਟੇਕ ਹੋਲਡਰ ਸੀ ਕਿਸਾਨ ਜਥੇਬੰਦੀਆਂ ਉਹਨਾਂ 'ਚ ਤਾਂ ਕਿਸੇ ਨੂੰ ਨਹੀਂ ਸੱਦਿਆ ਗਿਆ। ਨਹੀਂ ਕਿਸਾਨ ਜਥੇਬੰਦੀਆਂ ਕਿ ਇਹ ਮਾਮਲਾ ਸਾਡੇ ਦੇਸ਼ ਦੀ 65% ਵਸੋਂ ਨਾਲ ਸਿੱਧਾ ਸੰਬੰਧ ਰੱਖਦਾ। ਬਿਲਕੁਲ ਠੀਕ। ਤੇ ਦੂਜਾ ਇਹ ਮਾਮਲਾ ਸੂਬਿਆਂ ਦੇ ਅਧਿਕਾਰ ਖੇਤਰ ਦਾ, ਖੇਤੀ ਜਿਹੜਾ ਸੂਬਿਆਂ ਦਾ ਵਿਸ਼ਾ ਹੈ। ਕੇਂਦਰ ਸਰਕਾਰ ਨੇ ਇੱਕ ਇਹਨੂੰ ਆਪਣੇ ਅਧਿਕਾਰ 'ਚ ਲੈਣ ਲਈ ਇੱਕ ਨਵਾਂ ਮਤਲਬ ਵਿੱਚ ਸ਼ਬਦ ਜੋੜਤਾ, ਵਪਾਰ ਵਾਲਾ ਸ਼ਬਦ ਵਿੱਚ ਪਾ ਕੇ ਉਹਦੇ ਨਾਲ ਜੋੜ ਲਿਆ ਵੀ ਖੇਤੀ ਵਪਾਰ ਨਾਲ ਜੁੜਦੀ ਹੈ, ਇਸ ਕਰਕੇ ਅਸੀਂ ਵਪਾਰ ਦੇ ਐਂਗਲ ਤੋਂ ਕਰ ਰਹੇ ਹਾਂ। ਨਹੀਂ, ਉਹ ਜਨਹਿਤ ਪਟੀਸ਼ਨ ਵੀ ਜੰਮੂ ਜਿਹੜੀ ਦਾਇਰ ਕੀਤੀ ਹੈ ਨਾ, ਉਹ ਵਕੀਲ ਨੇ ਮਨੋਹਰ ਲਾਲ ਸ਼ਰਮਾ ਨੇ, ਉਹਨਾਂ ਵੀ ਉਹਦੇ ਵਿੱਚ ਇਹੀ ਲਿਖਿਆ ਹੈ ਕਿ ਜਿਹੜਾ ਖੇਤੀਬਾੜੀ ਹੈ ਇਹ ਰਾਜ ਸਰਕਾਰਾਂ ਦਾ ਵਿਸ਼ਾ ਹੈਗਾ, ਇਹਦੇ 'ਚ ਕੇਂਦਰ ਜਾਂ ਸੰਸਦ ਜਿਹੜੀ ਹੈ ਉਹ ਨਹੀਂ ਦਖਲ ਦੇ ਸਕਦੀ, ਨਹੀਂ ਕਾਨੂੰਨ ਬਣਾ ਸਕਦੀ। ਦੇਖੋ ਸਾਡੇ ਦੇਸ਼ ਦੇ ਵਿੱਚ ਕਈ ਪ੍ਰੋਬਲਮ ਨੇ। ਪਾਣੀਆਂ ਦਾ ਮਾਮਲਾ ਜਿਹੜਾ ਉਹਦੇ ਮਾਮਲੇ ਤੇ ਵੀ ਇਵੇਂ ਕੀਤਾ ਜਾ ਰਿਹਾ, ਜਿੱਥੇ ਮਤਲਬ ਹੱਕ ਨਹੀਂਗਾ ਉਹਨੂੰ ਵੀ ਹੱਕ ਬਣਾਇਆ ਜਾ ਰਿਹਾ। ਮਤਲਬ ਇੰਟਰਨੈਸ਼ਨਲ ਲਾ ਵੀ ਜਿਹੜੇ ਆ ਉਹ ਤੋੜੇ ਜਾ ਰਹੇ। ਮਤਲਬ ਇਸ ਤਰੀਕੇ ਦੀ ਗੱਲਾਂ ਆ ਰਹੀਆਂ। ਮਤਲਬ ਇਹੀ ਖੇਤੀ ਦੇ ਮੁੱਦੇ ਦੇ ਉੱਪਰ ਖੇਤੀ ਦੇ ਕਿਸੇ ਵਿਧਾਨ ਸਭਾ 'ਚ ਇਹਨਾਂ ਬਹਿਸ ਨਹੀਂ ਕਰਵਾਈ। ਮਤਲਬ ਪੰਜਾਬ ਆ, ਹਰਿਆਣਾ, ਮਤਲਬ ਜਿਹੜੀਆਂ ਆਪਣੀਆਂ ਵੀ ਸਰਕਾਰਾਂ ਉਹਨਾਂ 'ਚ ਨਹੀਂ। ਐਡੀ ਕਾਹਲੀ ਕੀ ਸੀ? ਸਾਰਾ ਕੁਝ ਤੁਸੀਂ ਜਿਹੜਾ ਨਿੱਜੀ ਖੇਤਰ ਨੂੰ ਦੇ ਜੰਮੂ ਜੀ ਸੰਸਦ ਵਿੱਚ, ਰਾਜ ਸਭਾ ਵਿੱਚ ਵੀ ਤਾਂ ਜਿਸ ਢੰਗ ਨਾਲ ਕੀਤਾ ਗਿਆ ਉਹ ਵੀ ਤਾਂ ਕਾਹਲੀ ਦਿਸਦੀ ਸੀ। ਬਿਲਕੁਲ। ਮਤਲਬ ਟੋਟਲ ਤੁਸੀਂ ਇੱਕ ਪਾਸੇ ਲਾਕਡਾਊਨ ਆ, ਲਾਕਡਾਊਨ ਦੇ ਵਿੱਚ ਸਾਰਾ ਕੁਝ ਹੀ ਜਿਹੜਾ ਤੁਸੀਂ ਰੋਲੀ ਜਾ ਰਹੇ ਹੋ। ਮਤਲਬ ਇਹ ਇੱਕ ਪਾਸੇ ਨਹੀਂ, ਇਹ ਸਾਰੇ ਪਾਸੇ ਹੋਇਆ। ਮਤਲਬ ਮੀਡੀਆ ਦੇ ਮਾਮਲੇ 'ਤੇ ਕੀ ਹੋਇਆ? ਮਤਲਬ ਪਹਿਲਾਂ ਤੁਸੀਂ ਵੇਜ ਬੋਰਡ ਖਤਮ ਕਰਤਾ, ਫਿਰ ਇੱਕੋ ਇੱਕ ਪੱਤਰਕਾਰਾਂ ਦੀ ਪ੍ਰੋਟੈਕਸ਼ਨ ਸੀਗੀ, ਵਰਕਿੰਗ ਜਰਨਲਿਸਟ ਐਕਟ ਖਤਮ ਕਰਤਾ। ਮਤਲਬ 30,000 ਤੋਂ ਵੱਧ ਜਰਨਲਿਸਟਾਂ ਦੀਆਂ ਨੌਕਰੀਆਂ ਗਈਆਂ। ਤੁਸੀਂ ਕਿਸੇ ਬਾਰੇ ਗੌਰ ਨਹੀਂ ਕੀਤੀ। ਤੁਸੀਂ ਇਹ ਨਹੀਂ ਸੋਚਿਆ ਵੀ ਵਾਰ-ਵਾਰ ਤੁਸੀਂ ਕਹੀ ਗਏ ਵੀ ਪੱਤਰਕਾਰ ਵੀ ਕਰੋਨਾ ਵਾਰੀਅਰ ਆ। ਅੱਜ ਤੱਕ ਕਰੋਨਾ ਵਾਰੀਅਰ ਡਿਕਲੇਅਰ ਨਹੀਂ ਕੀਤਾ। ਈਵਨ ਰਾਸ਼ਟਰਪਤੀ ਨੇ ਹੁਣ 16 ਨਵੰਬਰ ਨੂੰ ਜਦੋਂ ਪ੍ਰੈਸ ਡੇ ਸੀ, ਕੌਮੀ ਪ੍ਰੈਸ ਡੇ ਸੀ, ਉਦੋਂ ਕਿਹਾ ਵੀ ਪੱਤਰਕਾਰ ਕਰੋਨਾ ਵਾਰੀਅਰ ਆ। ਕਹਿਣ ਦੇ ਬਾਵਜੂਦ ਇੱਕ ਵੀ ਪੱਤਰਕਾਰ ਨੂੰ ਇਸ ਦੇਸ਼ ਦੇ ਵਿੱਚ ਇਹ ਸਹੂਲਤ ਨਹੀਂ ਦਿੱਤੀ ਗਈ। ਮਤਲਬ ਇਹ ਕਹਿਣ ਦਾ ਮਾਮਲਾ ਤੇ ਅਮਲ ਦੇ ਵਿੱਚ ਲਿਆਉਣ ਦਾ, ਈਵਨ ਪ੍ਰਧਾਨ ਮੰਤਰੀ ਦਾ ਐਡਰੈਸ ਹੈ ਕੌਮੀ ਪ੍ਰੈਸ ਡੇ ਦੇ ਉੱਪਰ, ਉਹਦੇ 'ਚ ਇੱਕ ਗੱਲ ਵੀ ਨਹੀਂ ਕਹੀ ਗਈ ਵੀ ਇੰਨੇ ਪੱਤਰਕਾਰ, ਇੰਨਿਆਂ ਦੀ ਡੈਥ ਹੋਈ, 150 ਦੇ ਕਰੀਬ ਪੱਤਰਕਾਰਾਂ ਦੀ ਮੌਤ ਹੋਈ ਕਰੋਨਾ ਨਾਲ। ਉਹਨਾਂ ਬਾਰੇ ਤੁਸੀਂ ਇੱਕ ਸ਼ਬਦ ਨਹੀਂ ਬੋਲਿਆ। ਮਤਲਬ 30,000 ਤੋਂ ਵੱਧ ਪੱਤਰਕਾਰਾਂ ਦੀਆਂ ਨੌਕਰੀਆਂ ਗਈਆਂ, ਉਹਦੇ ਬਾਰੇ ਨਹੀਂ ਕੋਈ ਬੋਲਿਆ। ਤੁਸੀਂ ਸਾਰੀ ਇੰਡਸਟਰੀ ਨੂੰ ਲਗਭਗ ਨੌਕਰੀਆਂ ਤੋਂ ਜਾਣ ਤੋਂ ਇਲਾਵਾ ਜਿਹੜੇ ਇਸ ਵੇਲੇ ਪੱਤਰਕਾਰ ਕੰਮ ਵੀ ਕਰ ਰਹੇ ਉਹਨਾਂ ਦੀਆਂ ਤਨਖਾਹਾਂ 'ਚ ਕਟੌਤੀ ਹੋਈ ਹੈ, ਬੜੇ ਵੱਡੇ ਪੱਧਰ ਤੇ 50% ਤੱਕ ਕਟੌਤੀ ਹੋਈ ਸਾਰੇ। ਇਹ ਜੰਮੂ ਸਾਡੇ ਨਾਲ ਕਾਲਰ ਇੱਕ ਜੁੜ ਗਏ। ਹਾਂਜੀ ਜੰਡੂ ਸਾਹਿਬ। ਹਾਂਜੀ ਭੋਗਲ ਸਾਹਿਬ, ਸਵਾਗਤ ਹੈ। ਹਾਂਜੀ ਜੰਡੂ ਸਾਹਿਬ, ਤੁਹਾਨੂੰ ਤੇ ਜੰਮੂ ਸਾਹਿਬ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਹਾਂ ਜੰਡੂ ਸਾਹਿਬ, ਮੈਂ ਤੁਹਾਡੀ ਗੱਲਬਾਤ ਸੁਣ ਰਿਹਾ ਸੀ। ਤੁਸੀਂ ਵੀ ਗੱਲ ਕੀਤੀ ਸੀਗੀ ਹਾਂਜੀ ਕੰਮ ਕਰਨ ਦਾ ਕੋਈ ਢੰਗ ਚਾਹੀਦਾ। ਵੀ ਇਹਨਾਂ ਨੂੰ ਜੰਡੂ ਸਾਹਿਬ ਮੈਂ ਹੈਰਾਨ ਹੋਣਾ ਵੀ ਇਹਨਾਂ ਲੋਕਾਂ ਨੂੰ ਜਿਹੜੀ ਸਰਕਾਰ ਵਾ ਹੁਣ ਮੋਦੀ ਦੀ, ਜਾਂ ਛੋਟੇ ਵੱਡੇ ਜਿੰਨੇ ਵੀ ਨੇਤਾ ਨੇ, ਆਗੂ ਨੇ, ਇਹਨਾਂ ਨੂੰ ਕੋਈ ਨਹੀਂ ਕਹਿੰਦਾ ਵੀ ਜਿਹੜੇ ਸਿਆਣੇ ਆ ਉਹ ਏਦਾਂ ਕਹਿੰਦੇ ਹੁੰਦੇ ਸੀਗੇ, ਉਹ ਅੱਜ ਵੀ ਕਹਿੰਦੇ ਨੇ ਕਿ ਕੋਈ ਕੰਮ ਕਰਨਾ ਮਹਾਨ ਨਹੀਂ ਹੁੰਦਾ, ਇਸ ਢੰਗ ਨਾਲ ਕੀਤਾ ਉਹਦੀ ਮਹਾਨਤਾ ਹੁੰਦੀ ਆ। ਬਿਲਕੁਲ ਠੀਕ ਕਿਹਾ ਤੁਸੀਂ, ਬਿਲਕੁਲ ਠੀਕ। ਇਹਨਾਂ ਨੂੰ ਕੋਈ ਨਹੀਂ ਦੱਸਦਾ। ਬਾਕੀ ਜੰਮੂ ਸਾਹਿਬ ਨੇ ਗੱਲ ਕੀਤੀ ਵੀ ਉਹ ਤਾਂ ਪੁੱਛਦੇ ਹੀ ਨਹੀਂ ਕਿਸੇ ਨੂੰ, ਨਾ ਕਿਸੇ ਦੀ ਰਾਏ ਲੈਂਦੀ ਹੈ। ਕਦੇ ਕੁਝ ਕਹਿ ਦਿੰਦੇ ਨੇ, ਕਦੇ ਕਹਿੰਦੇ ਤੁਹਾਨੂੰ ਤੁਹਾਡੀ ਚਿੱਠੀ ਨਹੀਂ ਮਿਲੀ, ਕਦੇ ਕੁਝ। ਮੈਂ ਤੇ ਹੈਰਾਨ ਹੁੰਨਾ ਵੀ ਜਦੋਂ ਇਹ ਮਹਾਭਾਰਤ ਦੀ ਗੱਲ ਕਰਦੇ ਨੇ ਵੀ ਇਹਨਾਂ ਨੂੰ ਇੰਨਾ ਵੀ ਨਹੀਂ ਪਤਾ ਲੱਗਦਾ ਵੀ ਮਹਾਭਾਰਤ ਤਾਂ ਹੁੰਦਾ ਜਿੱਥੇ ਮਹਾਨ ਕੰਮ ਹੁੰਦੇ ਹੋਣ। ਭੋਗਲ ਸਾਹਿਬ ਉਹ ਬਣ ਜਾਏਗਾ। ਉਹ ਕਹਿਣੀ ਦਾ ਕੋਈ ਮੁੱਲ ਨਹੀਂ ਹੁੰਦਾ, ਕਰਨੀ ਦਾ ਮੁੱਲ ਹੁੰਦਾ। ਇਹਨਾਂ ਨੂੰ ਕੋਈ ਸਮਝਾਉਂਦਾ ਨਹੀਂ ਜੰਡੂ ਸਾਹਿਬ। ਨਹੀਂ ਉਹ ਸਮਝਣਾ ਨਹੀਂ ਚਾਹੁੰਦੇ ਜੀ। ਕਹਿ ਤਾਂ ਰਹੇ ਆ ਬਹੁਤ ਲੋਕ। ਹੁਣ ਤੱਕ ਕਿਸਾਨ ਦੇਖੋ ਕਿੰਨੀ ਵੱਡੀ ਪੱਧਰ ਤੇ ਅੰਦੋਲਨ ਕਰਕੇ ਦੱਸ ਰਹੇ ਉਹਨਾਂ ਨੂੰ। ਇਹਦਾ ਮਤਲਬ ਵੀ ਅੰਦਰ ਇੰਨੀ ਇਸ ਕਦਰ ਬੇਈਮਾਨੀ ਤੇ ਬਦਮਾਸ਼ੀ ਜਿਹਦਾ ਹਿਸਾਬ ਕੋਈ ਨਹੀਂ। ਇਹੀ ਕਹਾਂਗੇ ਨਾ ਫਿਰ। ਉਹ ਤਾਂ ਮਨ ਕੀ ਬਾਤ ਕਰਦੇ ਆ ਜੀ। ਉਹ ਡਾਇਲੋਗ ਨਹੀਂ ਕਰਦੇ, ਮਨ ਕੀ ਬਾਤ ਕਰਦੇ। ਜਿਹੜੇ ਆਪਣੇ ਅਮਰੀਕਨ ਟਰੰਪ ਆ ਜੀ ਮੋਦੀ ਉਹਨਾਂ ਨੇ ਉਹਨੂੰ ਵੀ ਮਨ ਕੀ ਬਾਤ ਕੀਤੀ। ਉਹਨੂੰ ਜੱਫੀਆਂ ਏਦਾਂ ਪਾਉਂਦਾ ਜਿੱਦਾਂ ਬੱਚਾ ਮਾਂ ਨੂੰ ਚਿੰਬੜਿਆ ਹੁੰਦਾ। ਤੇ ਹੁਣ ਜੰਮੂ ਤੇ ਜਿਹੜਾ ਜੋ ਕੁਛ ਆਪਣੇ ਪੱਲੇ ਸੀ ਉਹ ਆਪਣੇ ਮਿੱਤਰ ਦੇ ਪੱਲੇ ਪਾ ਦਿੱਤਾ। ਉਹਨੂੰ ਵੀ ਕਹਿ ਦਿੱਤਾ, ਕਹਿੰਦਾ ਜੀ ਇਹਦਾ ਫਰਾਡ ਹੋਇਆ, ਮੈਂ ਤੇ ਹਾਰਿਆ ਹੀ ਨਹੀਂ। ਤੇ ਮੈਂ ਇਹਨੂੰ ਕਹਿੰਦੇ ਨੇ ਯਾਰੀ ਦੋਸਤੀ। ਹੈ ਨਾ ਜੀ। ਜਿਹੜਾ ਯਾਰ ਸੀ ਤਾਂ ਉਹਦੇ ਜਿਹੜੇ ਯਾਰ ਦੇ ਲੱਛਣ ਉਹਦੇ ਵਿੱਚ ਚਲੇ ਗਿਆ ਤੇ ਮੰਨਦਾ ਹੀ ਨਹੀਂ। ਟਰੰਪ ਵੀ ਮੰਨਦਾ ਹੀ ਨਹੀਂ। ਹੁਣ ਜੰਮੂ ਸਾਹਿਬ
ਮੰਨਦਾ ਹੀ ਨਹੀਂ, ਕਹਿੰਦਾ ਮੈਂ ਹਾਰਿਆ ਨਹੀਂ, ਇਹ ਫਰਾਡ ਹੋਇਆ। ਹਾਂਜੀ ਹਾਂਜੀ, ਨਹੀਂ ਉਹ ਤਾਂ ਇਹ ਤਾਂ ਭੋਗਲ ਸਾਹਿਬ ਜਿਹਨੇ ਪਹਿਲੀ ਵਾਰੀ ਗੱਲ ਸੁਣੀ ਸੀਗੀ ਨਾ, ਜੀ ਜੀ, ਕਹਿੰਦਾ ਮੈਂ ਹਾਰਿਆ ਨਹੀਂ, ਇਹ ਫਰਾਡ ਹੋਇਆ ਜੀ ਜੀ, ਮੈਂ ਉਦੋਂ 2 ਲਾਈਨਾਂ ਲਿਖਿਆ, ਮੈਂ ਕਿਹਾ ਉਹ ਯਾਰੀ ਭਲਾਈ ਯਾਰੀ ਹੀ ਕਾਦੀ, ਹਾਂਜੀ ਉਹ ਯਾਰੀ ਭਲਾ ਯਾਰੀ ਹੀ ਕਾਦੀ ਜਿਸ ਯਾਰੀ ਵਿੱਚ ਨਾ ਯਾਰ ਦੀ ਰੂਹ ਹੋਵੇ, ਜੀ ਉਸ ਪਿਆਰ ਨੂੰ ਕਦੇ ਨਾ ਪਿਆਰ ਕਹੀਏ ਜਿਹਦੇ ਵਿੱਚ ਨਾ ਪਿਆਰੇ ਦੀ ਖੁਸ਼ਬੂ ਹੋਵੇ। ਕੀ ਬਾਤ ਹੈ, ਕੀ ਬਾਤ ਹੈ, ਬਹੁਤ ਖੂਬ। ਜਿਹੜੀ ਗੱਲ ਮੋਦੀ ਕਹਿੰਦਾ ਉਹੀ ਟਰੰਪ ਕਹਿੰਦੇ ਆ, ਇਹਨੂੰ ਕਹਿੰਦੇ ਨੇ ਯਾਰੀ, ਆ ਪੱਕੀ ਯਾਰੀ। ਠੀਕ ਹੈ ਜੀ, ਠੀਕ ਹੈ, ਚਲੋ ਠੀਕ ਹੈ ਜੀ। ਵਾਹਿਗੁਰੂ ਜੰਮੂ ਸਾਹਿਬ ਵਾਹਿਗੁਰੂ ਇਹਨਾਂ ਨੂੰ ਸਮਤ ਬਖਸ਼ੇ, ਜੇ ਮਹਾਭਾਰਤ ਕਹਿੰਦੇ ਨੇ ਮਹਾਨ ਕੰਮ ਕਰਨ ਤੇ ਫਿਰ ਕਹਿਣ ਦੀ ਵੀ ਲੋੜ ਨਹੀਂ ਪੈਣੀ। ਹਾਂਜੀ ਹਾਂਜੀ ਹਾਂਜੀ, ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ ਭੋਗਲ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਭੋਗਲ ਸਾਹਿਬ, ਧੰਨਵਾਦ ਸਾਡੇ ਨਾਲ ਜੁੜਨ ਲਈ। ਹਾਂਜੀ ਜੰਮੂ। ਸੋ ਅਸੀਂ ਉਹਦੇ ਤੇ ਗੱਲ ਕਰ ਰਹੇ ਸੀ ਵੀ ਹੁਣ ਸੁਪਰੀਮ ਕੋਰਟ ਨੇ ਫੈਸਲਾ ਕਰ ਲਿਆ ਵੀ ਅਸੀਂ ਕਿਸਾਨਾਂ ਦੀ ਗੱਲ ਸੁਣਾਂਗੇ, ਜੀ ਜੀ, ਜਨਹਿਤ ਪਟੀਸ਼ਨ ਸੁਣਾਂਗੇ। ਪਹਿਲਾਂ ਰੱਦ ਹੀ ਨਹੀਂ ਸੀ ਹੋਣੀ ਚਾਹੀਦੀ, ਉਦੋਂ ਹੀ ਇਹ ਖਿਆਲ ਕੀਤਾ ਜਾਣਾ ਚਾਹੀਦਾ ਵੀ ਖੇਤੀ ਜਿਹੜਾ ਇਹ ਸੂਬਿਆਂ ਦਾ ਵਿਸ਼ਾ, ਸੂਬਿਆਂ ਦੇ ਜਿਹੜੇ ਹੱਕ ਆ, ਅਧਿਕਾਰ ਆ, ਉਹਨਾਂ ਦੇ ਉੱਪਰ ਹਮਲਾ ਕੀਤਾ ਗਿਆ। ਉਹਦੇ ਜੰਮੂ ਜੀ ਉਹਨਾਂ ਕਹੀ ਇਹ ਗੱਲ ਕਿ ਜਿਹੜਾ ਇਹ ਫੈਡਰਲ ਢਾਂਚਾ ਹੈਗਾ ਇਹ ਉਹਦਾ ਹਿੱਸਾ ਹੈਗਾ ਇਹ ਵੀ। ਤੇ ਪਿਛਲੇ ਸਮੇਂ ਦੇ ਵਿੱਚ ਇੱਕ ਵਾਰੀ ਨਹੀਂ, ਜਿਹੜੇ ਫੈਡਰਲ ਢਾਂਚੇ ਦੇ ਉੱਪਰ ਬਹੁਤ ਵਾਰੀ ਹਮਲੇ ਹੋਏ ਆ, ਬਹੁਤ ਤਰ੍ਹਾਂ ਨਾਲ। ਹੁਣ ਇਹ ਕੀ ਹੋਇਆ, ਇਹਦੇ ਨਾਲ ਐਜੂਕੇਸ਼ਨ ਨੀਤੀ ਦੇ ਵਿੱਚ ਕਿਹਨੂੰ ਕੰਸਲਟ ਕੀਤਾ ਇਹਨਾਂ ਨੇ? ਜੀ ਜੀ, ਨਵੀਂ ਐਜੂਕੇਸ਼ਨ ਨੀਤੀ ਬਣਾਤੀ, ਉਹ ਟੋਟਲ ਨਿੱਜੀਕਰਨ ਵੱਲ ਨੂੰ ਜਾਂਦੀ ਹੈ। ਜੀ ਜੀ, ਉਹਦੇ ਤੋਂ ਜਿਹੜੀ ਹੇਠਲੀ ਵਸੋਂ ਜਿਨ੍ਹਾਂ ਕੋਲ ਸਾਧਨ ਨਹੀਂ, ਉਹ ਡਿਪਰਾਈਵ ਹੋ ਜਾਏਗੀ। ਜੀ ਜੀ, ਮਤਲਬ ਇਹਦੇ ਤੇ ਵੀ ਬਹਿਸ ਹੋਣੀ ਚਾਹੀਦੀ, ਇਹਦੇ ਤੇ ਵੀ ਸੂਬਿਆਂ ਦੀ ਰਾਏ ਉਸ ਤਰੀਕੇ ਨਾਲ ਹੋਣੀ ਚਾਹੀਦੀ ਸੀ, ਉਹਦੇ ਤੇ ਵੀ ਕੋਈ ਗੱਲ ਨਹੀਂ ਹੋਈ। ਮਤਲਬ ਸਾਰਾ ਕੰਮ ਅਸੀਂ ਕਿੱਧਰ ਨੂੰ ਜਾ ਰਹੇ ਹਾਂ? ਅਸੀਂ ਕਹਿੰਦੇ ਵੀ ਜਿਹੜਾ ਸਾਡਾ ਲੋਕ ਰਾਜ ਹੈ ਇਹ ਹੈਗਾ ਲੋਕਾਂ ਲਈ, ਲੋਕਾਂ ਦੁਆਰਾ ਲੋਕਾਂ ਲਈ, ਲੋਕਾਂ ਚੁਣਿਆ ਹੋਇਆ। ਹੁਣ ਇਹ ਲੋਕਾਂ ਲਈ ਕਿੱਥੋਂ ਹੋ ਗਿਆ? ਮਤਲਬ ਤੁਸੀਂ ਜੇ ਖਾਸ ਤੌਰ ਤੇ ਪ੍ਰਾਈਵੇਟ ਨੂੰ ਐਜੂਕੇਸ਼ਨ ਦਿਓਗੇ, ਜੇ ਕੇਂਦਰ ਸਰਕਾਰ ਨੇ ਜਾਂ ਰਾਜ ਸਰਕਾਰਾਂ ਨੇ ਸਿਹਤ ਮਤਲਬ ਇਹਦੇ ਨਹੀਂ ਖਿਆਲ ਦੇਣਾ, ਜਿਹੜੀ ਮੁੱਖ ਜ਼ਿੰਮੇਵਾਰੀ ਦੇਖੋ ਜੰਮੂ ਜੀ ਅਸੀਂ ਦੇਖਦੇ ਹਾਂ ਸਿੱਖਿਆ ਦੀ ਨਹੀਂ ਜ਼ਿੰਮੇਵਾਰੀ ਨਿਭਾਉਣੀ ਤਾਂ ਕੀ ਕਰਨਾ ਕੀ ਹੈ? ਯੂਰਪ ਚ ਅਸੀਂ ਦੇਖਦੇ ਹਾਂ ਕਿ ਉਹਨਾਂ ਦੇਸ਼ਾਂ ਨੇ ਖਾਸ ਕਰਕੇ ਸਿੱਖਿਆ ਤੇ ਜਿਹੜਾ ਸਿਹਤ ਦਾ ਖੇਤਰ ਹੈ ਉਹਦੇ 'ਚ ਵਿਸ਼ੇਸ਼ ਧਿਆਨ ਦਿੰਦੇ ਆ ਔਰ ਉਹਦੇ ਲਈ ਵਿਸ਼ੇਸ਼ ਬਜਟ ਰੱਖੇ ਜਾਂਦੇ ਆ। ਤੁਸੀਂ ਇਹ ਦੇਖੋ ਕਰੋਨਾ ਦੇ ਮਹਾਮਾਰੀ ਦੌਰਾਨ ਪਹਿਲੇ ਪੜਾਅ 'ਚ ਕੀ ਹੋਇਆ, ਜਿੰਨੇ ਪ੍ਰਾਈਵੇਟ ਸੀਗੇ ਉਹਨਾਂ 'ਚ ਬਹੁਤੇ ਭੱਜ ਗਏ। ਉਹਨਾਂ ਨੇ ਅੱਜ ਵੀ ਕਰੋਨਾ ਦਾ ਇਲਾਜ ਕਰਨ ਤੋਂ ਭੱਜਦੇ ਆ। ਜੀ ਜੀ, ਉਹਨਾਂ ਨੂੰ ਤੇ ਕਰੋਨਾ ਦਾ ਇਲਾਜ ਸਰਕਾਰੀ ਹਸਪਤਾਲਾਂ ਦੇ ਵਿੱਚ ਹੋ ਰਿਹਾ। ਇਸ ਕਰਕੇ ਸਟਰੈਂਥਨ ਕਿਹਨੂੰ ਕਰਨ ਦੀ ਲੋੜ ਸੀ? ਸਰਕਾਰੀ ਹਸਪਤਾਲਾਂ ਨੂੰ, ਉਸ ਪਾਸੇ ਵੱਲ ਧਿਆਨ ਦੇਣ ਦੀ ਲੋੜ ਹੈ। ਮਤਲਬ ਤੁਸੀਂ ਸਾਰਾ ਕੁਝ ਹੀ ਇਹੋ ਜਿਹੇ ਨਵੇਂ ਨਿਯਮ ਲਿਆ ਰਹੇ ਹੋ ਜਿਹਦੇ ਨਾਲ ਪ੍ਰਾਈਵੇਟ ਸਟਰੈਂਥਨ ਹੋਣਗੇ, ਸਰਕਾਰੀ ਹੌਲੀ ਹੌਲੀ ਖਤਮ ਹੁੰਦੇ ਜਾਣਗੇ। ਜੰਮੂ ਜੀ ਦੇਖੋ ਗੱਲ ਤਾਂ ਇਹ ਹੈ ਕਿ ਸੁਪਰੀਮ ਕੋਰਟ ਨੇ ਕਿਤੇ ਨਾ ਕਿਤੇ ਉਸ ਨੂੰ ਵੀ ਇਹ ਤਾਂ ਮਹਿਸੂਸ ਗੱਲ ਹੋਈ ਹੈ ਨਾ ਕਿ ਜੋ ਕੁਝ ਖੇਤੀ ਕਾਨੂੰਨਾਂ ਦੇ ਬਾਰੇ ਜੇ ਕਿਸਾਨ ਏਡੀ ਵੱਡੀ ਗਿਣਤੀ 'ਚ ਸੜਕਾਂ ਤੇ ਆਏ ਆ, ਅੰਦੋਲਨ ਕਰ ਰਹੇ ਆ, ਤਾਂ ਉਸ ਦੇ ਬਾਰੇ ਜ਼ਰੂਰ ਦੇਖਿਆ ਜਾਣਾ ਚਾਹੀਦਾ ਹੈ ਕਿ ਉਹਦੇ ਵਿੱਚ ਸੰਵਿਧਾਨ ਦੀ ਕਿਤੇ ਅਵੱਗਿਆ ਤਾਂ ਨਹੀਂ ਹੋਈ। ਤਾਂ ਇਸ ਕਰਕੇ ਚੰਗੀ ਗੱਲ ਹੈ, ਬੇਸ਼ੱਕ ਇਹਦੇ 'ਚ ਅਜੇ ਕੋਈ ਸਮਾਂ ਲੱਗ ਜਾਏਗਾ ਸੁਪਰੀਮ ਕੋਰਟ ਦਾ ਫੈਸਲਾ ਆਉਂਦਿਆਂ, ਪਰ ਉਹਦੇ ਨਾਲ ਇੱਕ ਵਾਰੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣ ਦੀ ਜਿਹੜੀ ਸੰਭਾਵਨਾ ਹੈ ਉਹ ਬੰਦ ਦੇ ਜਿਹੜੇ ਅਸਾਰ ਹੈ ਉਹ ਰੌਸ਼ਨ ਹੋ ਗਿਆ। ਜਿਵੇਂ ਅਸੀਂ ਆਪਣੀ ਤੀਸਰੀ ਜਿਹੜੀ ਖਬਰ ਹੈ ਮੁੱਖ ਉਹਦੇ ਵੱਲ ਵਧਦੇ ਹਾਂ ਕਿ ਜਿਸ ਤਰ੍ਹਾਂ ਯੂਕੇ ਨੇ ਹੁਣ ਫੈਸਲਾ ਕੀਤਾ ਹੈਗਾ ਔਰ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕੱਲ ਹੀ ਐਲਾਨ ਕੀਤਾ ਸੀਗਾ ਕਿ ਉਹ ਬਕਾਇਦਾ ਜਿਹੜਾ ਇਸ ਸਾਲ ਦੇ ਵਿੱਚ 4 ਬਿਲੀਅਨ ਜਿਹੜਾ ਪਾਉਂਡ ਹੈ ਉਹ ਆਪਣੇ ਰੱਖਿਆ ਦੇ ਉੱਤੇ, ਡਿਫੈਂਸ ਦੇ ਉੱਤੇ ਖਰਚ ਕਰਨਗੇ। ਔਰ ਨਾਲ ਉਹਨਾਂ ਨੇ ਜਿਹੜਾ ਉਦੇਸ਼ ਦਿੱਤਾ ਉਹ ਕਹਿੰਦੇ ਕਿ ਅਸੀਂ ਹੁਣ ਜਿਸ ਤਰ੍ਹਾਂ ਦੀ ਮੁਕਾਬਲੇਬਾਜ਼ੀ ਹੈ ਉਸ ਮੁਕਾਬਲੇਬਾਜ਼ੀ 'ਚ ਆਪਣੇ ਦੇਸ਼ ਨੂੰ ਉਸ ਤਰ੍ਹਾਂ ਦਾ ਹੀ ਸਟਰੋਂਗ ਬਣਾਉਣਾ ਚਾਹੁੰਦੇ ਹਾਂ ਜਿਸ ਤਰ੍ਹਾਂ ਦਾ ਹਿਸਟੋਰੀਕਲੀ ਪਹਿਲਾਂ ਸੀ ਕਿਸੇ ਸਮੇਂ ਹੁੰਦਾ। ਖਾਸ ਕਰਕੇ ਉਹਨਾਂ ਨੇ ਜ਼ਿਕਰ ਕੀਤਾ ਕਿ ਠੰਡੀ ਜੰਗ ਤੋਂ ਬਾਅਦ ਜਿਹੜੇ 30 ਸਾਲ ਲੰਘੇ ਉਹਦੇ ਵਿੱਚ ਉਹਨਾਂ ਨੇ ਉਹਦੇ ਤੇ ਖਰਚ ਨਹੀਂ ਕੀਤਾ ਆਪਣੇ ਡਿਫੈਂਸ ਦੇ ਉੱਤੇ। ਤੇ ਹੁਣ ਉਹਨਾਂ ਨੇ 2 ਪ੍ਰੋਜੈਕਟ ਵਿਸ਼ੇਸ਼ ਕਰਕੇ ਚੁਣੇ ਹੈਗੇ ਆ, ਸਪੇਸ ਤੇ ਸਾਈਬਰ, ਜਿੰਦੇ 'ਚ ਉਹਨਾਂ ਨੇ ਇਹ ਖਰਚ ਕਰਨਾ ਔਰ 4 ਸਾਲ ਤੱਕ ਕਰਨਾ। ਤੇ ਆਪਣੇ ਆਪ ਨੂੰ ਉਹ ਕਹਿੰਦੇ ਕਿ ਅਸੀਂ ਉਸ ਤਰ੍ਹਾਂ ਦੀ ਤਾਕਤ ਬਣਾਉਣਾ ਜਿਸ ਤਰ੍ਹਾਂ ਦੀ ਹਿਸਟੋਰੀਕਲੀ ਸਾਡਾ ਇੱਕ ਰਿਹਾ ਹੈਗਾ ਇਮੇਜ। ਤਾਂ ਉਸ ਨੂੰ ਜੰਮੂ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ? ਦੇਖੋ ਇਹ ਗਲਤ ਫਹਿਮੀ ਪਾਲ ਸਕਦੇ ਆ। ਉਹ ਜਿਹੜਾ ਸੂਰਜ ਨਾ ਛਿਪਣ ਵਾਲਾ ਸੰਸਾਰ ਉਹਨਾਂ ਦਾ ਉਹ ਕਦੇ ਨਹੀਂ ਆਉਣਾ। ਹਿਸਟੋਰੀਕਲੀ ਜੋ ਗਵਾ ਚੁੱਕੇ ਉਹ ਦੁਬਾਰਾ ਨਹੀਂ ਗੇਨ ਕਰ ਸਕਦੇ। ਇਹ ਗਲਤ ਫਹਿਮੀ ਹੋ ਸਕਦੀ ਹੈ। ਤਾਕਤ ਬਣਨ ਦੀ ਗੱਲ, ਤਾਕਤ ਵੀ ਨਹੀਂ ਉਹ ਬਣ ਸਕਣਾ, ਤਾਕਤ ਉਹ ਨਹੀਂ ਬਣ ਸਕਦੀ। ਉਹਨਾਂ ਨੂੰ ਤਾਂ ਇਹ ਦੇਖਣਾ ਚਾਹੀਦਾ ਵੀ ਦੁਨੀਆ ਦੇ ਵਿੱਚ ਉਹਨਾਂ ਦਾ ਰੋਲ ਕੀ ਹੈ, ਉਹਨਾਂ ਦੀ ਅਹਿਮੀਅਤ ਕੀ ਹੈ। ਇੱਕ ਵੀਟੋ ਪਾਵਰ ਕਰਕੇ ਉਹਨਾਂ ਦੀ ਅਹਿਮੀਅਤ ਹੈ, ਅਦਰਵਾਈਜ਼ ਕਿਸੇ ਤਰੀਕੇ ਨਾਲ ਵੀ ਉਹਨਾਂ ਦੀ ਉਸ ਲੈਵਲ ਦੀ ਅਹਿਮੀਅਤ ਨਹੀਂ ਰਹਿ ਗਈ, ਉਹ ਅਹਿਮੀਅਤ ਘਟ ਚੁੱਕੀ ਹੈ। ਜੀ ਜੀ, ਤੇ ਇਸ ਕਰਕੇ ਇਸ ਪਾਸੇ ਵੱਲ ਨੂੰ ਇਹ ਪੈਸਾ ਲੋਕਾਂ ਦਾ ਇਵੇਂ ਨਹੀਂ ਖਰਚਿਆ ਜਾਣਾ ਚਾਹੀਦਾ। ਇਹ ਪਬਲਿਕ ਦੇ
ਜਿਹੜੇ ਬਿਹਤਰੀ ਲਈ ਖਰਚਿਆ ਜਾਣਾ ਚਾਹੀਦਾ ਤੇ ਉਹ ਜੇ ਸੋਚਣ ਵੀ ਉਹ ਵੱਡੀ ਤਾਕਤ ਬਣ ਜਾਣਗੇ ਉਹ ਦਿਨ ਜਾ ਚੁੱਕੇ। ਇੱਥੇ ਹੀ ਅਸੀਂ ਅੱਜ ਦੀ ਜਿਹੜਾ ਆਪਣੀ ਚਰਚਾ ਹੈ ਗੱਲਬਾਤ ਹੈ ਉਸ ਨੂੰ ਸਮਾਪਤ ਕਰਾਂਗੇ ਕਿਉਂਕਿ ਸ਼ੋਅ ਦਾ ਸਮਾਂ ਵੀ ਖਤਮ ਹੋ ਗਿਆ ਔਰ ਇਸ ਤਰ੍ਹਾਂ ਹੀ ਅਸੀਂ ਕੱਲ ਫਿਰ ਤੁਹਾਡੇ ਨਾਲ ਮਿਲਾਂਗੇ ਔਰ ਇਹ ਜਿਹੜੀ ਹੋਰ ਨਵੇਂ ਖਬਰਾਂ ਹੋਣਗੀਆਂ ਉਹਨਾਂ ਦੇ ਉੱਤੇ ਨਵੇਂ ਮੁੱਦਿਆਂ ਦੇ ਉੱਤੇ ਗੱਲ ਕਰਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਸਵਾਲ ਜਿਹੜਾ ਜ਼ਰੂਰ ਹੈ ਤੁਹਾਡੀ ਨਜ਼ਰ ਕਰੀਏ ਕਿ ਜਿਹਦੇ ਤੇ ਤੁਸੀਂ ਆਪਣੀ ਰਾਏ ਦੇ ਸਕੋ। ਧੰਨਵਾਦ।